ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਅੱਗੇ ਪਿੱਛੇ ਹਟਣ ਲੱਗੀ ਸਰਕਾਰ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਸ਼ਹੀਦ ਹੋਏ ਨਵਰੀਤ ਸਿੰਘ ਦੀ ਅੱਜ ਅੰਤਿਮ ਅਰਦਾਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਾਮਲ ਹੋ ਕੇ ਜਿਹੜਾ ਨਵਰੀਤ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਤੇ ਦੂਜੇ ਪਾਸੇ ਜਿਹੜਾ ਦਿੱਲੀ ਪੁਲਿਸ ਨੇ ਕਿਸਾਨ ਮੋਰਚੇ ਨੂੰ ਘੇਰਨ ਲਈ ਜਿਹੜੀ ਕਿਲਾਬੰਦੀ ਕੀਤੀ ਸੀ, ਅੱਜ ਉਹ ਕਿਲਾਬੰਦੀ ਵੀ ਜਿਹੜੀ ਹੈ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਕੀ ਲੱਗਦਾ ਹੈ ਵੀ ਕਿ ਜਿਵੇਂ ਕੇਂਦਰ ਸਰਕਾਰ ਇਹ ਕਿਲਾਬੰਦੀ ਹਟਾਉਣੀ ਸ਼ੁਰੂ ਕਰ ਦਿੱਤੀ ਹੈ ਵੀ ਕਿ ਉਹ ਕਿਸਾਨਾਂ ਨਾਲ ਗੱਲਬਾਤ ਦਾ ਕੋਈ ਜਿਹੜਾ ਹੈਗਾ ਰੁਖ ਤਿਆਰ ਕਰ ਰਹੀ ਹੈ, ਕੋਈ ਰਾਹ ਲੱਭ ਰਹੀ ਹੈ? ਅਸਲ ਦੇ ਵਿੱਚ ਇਹ ਹੈ, ਇੱਕ ਤਾਂ ਪਹਿਲਾਂ 26 ਤਰੀਕ ਦਾ ਜਿਹੜਾ ਘਟਨਾ ਜਾਂ ਵਾਕਿਆ ਜਿਹੜਾ ਹੋਇਆ, ਜਿਹਦੇ ਨਾਲ ਪੂਰਾ ਇੱਕ ਨੈਰੇਟਿਵ ਬਦਲਣ ਦੀ ਕੇਂਦਰ ਸਰਕਾਰ ਨੇ ਟਰਾਈ ਵੀ ਕੀਤੀ ਅਤੇ ਉਹਦੇ ਨਾਲ ਸੈਟਬੈਕ ਵੀ ਵੱਜੀ ਸੀ ਸੰਘਰਸ਼ ਨੂੰ ਇੱਕ ਲੈਵਲ 'ਤੇ ਕਿ ਜੀ ਤਿਰੰਗੇ ਦਾ ਅਪਮਾਨ ਕੀਤਾ, ਲਾਲ ਕਿਲ੍ਹੇ ਚਲੇ ਗਏ ਜਾਂ ਹੋਰ। ਹਾਲਾਂਕਿ ਦੂਜੇ ਪਾਸਿਓਂ ਦੂਜਾ ਵਿਚਾਰ ਲਗਾਤਾਰ ਆਉਂਦਾ ਜਾ ਰਿਹਾ ਕਿ ਉਹ ਟਰੈਪ ਸੀਗਾ, ਲਾਲ ਕਿਲ੍ਹੇ ਤੱਕ ਜਾਣ ਕਿਉਂ ਦਿੱਤੇ ਜਾਂ ਉਹ ਰਾਹ ਖੋਲ੍ਹਿਆ ਕਿਉਂ ਗਿਆ, ਦੂਜਾ ਰਾਹ ਬੰਦ ਕਿਉਂ ਕੀਤਾ ਗਿਆ। ਅਤੇ ਉਸੇ ਦੌਰਾਨ ਹੀ ਨਵਰੀਤ ਦਾ ਜਿਹੜਾ ਟਰੈਕਟਰ ਪਲਟਦਾ ਅਤੇ ਮੌਤ ਹੋ ਜਾਂਦੀ ਹੈ। ਔਰ ਹਾਲਾਂਕਿ ਚਾਹੇ ਪੋਸਟਮਾਰਟਮ 'ਚ ਇਹ ਕਿਹਾ ਗਿਆ ਕਿ ਉਹਨਾਂ ਦੀ ਡੈਥ ਇਸ ਤਰੀਕੇ ਹੋ ਰਹੀ, ਪਰ ਕਿਹਾ ਜਾ ਰਿਹਾ ਕਿ ਇੱਕ ਦੂਸਰਾ ਅੱਜ ਵੀ ਜਿਹੜਾ ਉਹਨਾਂ ਦੇ ਅੰਤਮ ਅਰਦਾਸ ਦੇ ਮੌਕੇ ਬੋਲੇ ਕੁਝ ਲੀਡਰ, ਉਹਨਾਂ ਨੇ ਕਿਹਾ ਕਿ ਜਿਹੜੇ ਫੋਰੈਂਸਿਕ ਸਾਇੰਸ ਵਾਲੇ ਕੁਛ ਹੋਰ ਲੋਕ ਨੇ, ਉਹ ਕਹਿੰਦੇ ਨੇ ਕਿ ਗੋਲੀ ਜਿਹੜੀ ਹੈ ਉਹ ਗੋਲੀ ਲੱਗਣ ਤੋਂ ਬਾਅਦ ਹੀ ਮੌਤ ਹੋਈ ਹੈ। ਹਕੀਕਤ ਕੀ ਹੈ, ਇਸੇ ਕਰਕੇ ਉੱਥੇ ਲੋਕ ਗਏ ਵੀ, ਕਿਉਂਕਿ ਉਹ ਆਸਟ੍ਰੇਲੀਆ ਰਹਿੰਦਾ ਮੁੰਡਾ ਅੰਦੋਲਨ ਦੇ ਵਿੱਚ ਆਇਆ ਹੈ ਅਤੇ ਅੰਦੋਲਨ ਦੇ ਵਿੱਚ ਆ ਕੇ ਉਹਦੀ ਮੌਤ ਹੋ ਜਾਂਦੀ ਹੈ। ਅਤੇ ਉਦੋਂ ਬਾਅਦ ਘਰ ਵਾਲੇ ਵੀ ਅਤੇ ਬਾਕੀ ਦੇ ਉੱਥੇ ਸਟੇਜ ਦੇ ਉੱਤੋਂ ਵੀ ਇਹ ਮੰਗ ਜ਼ਰੂਰ ਕੀਤੀ ਗਈ ਹੈ ਕਿ ਇਹਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਨਿਆਂਇਕ ਜਾਂਚ ਕਰਕੇ ਅਸਲੀਅਤ ਸਾਹਮਣੇ ਆਵੇ। ਜੇ ਵਾਕਈ ਇਸ ਤਰੀਕੇ ਨਾਲ ਗੋਲੀ ਲੱਗਣ ਦੇ ਨਾਲ ਜਾਂ ਮੌਤ ਇਸ ਤਰੀਕੇ ਦੇ ਨਾਲ ਹੋਈ ਆ, ਉਹ ਜਾਂਚ 'ਚ ਆ ਗਿਆ, ਤਾਂ ਜਿਹੜੇ ਬੰਦੇ ਉਸ ਲਈ ਦੋਸ਼ੀ ਨੇ ਅਤੇ ਉਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ। ਔਰ ਇਸੇ ਕਰਕੇ ਉਹ ਜਿਹੜਾ ਇੱਕ ਸੀ ਇੱਥੋਂ ਸੰਯੁਕਤ ਮੋਰਚੇ ਤੋਂ ਚੜੂਨੀ ਹੋਣੀ ਵੀ ਚਲੇ ਗਏ। ਪਹਿਲਾਂ ਇੱਕ ਇਹ ਗੱਲ ਸੀ ਨਾ ਵੀ ਸ਼ਾਇਦ ਸੰਯੁਕਤ ਮੋਰਚਾ ਉਹਨੂੰ ਔਨ ਕਰਨ ਲਈ ਤਿਆਰ ਨਹੀਂ ਹੈ ਜਾਂ ਬਾਕੀ ਨਹੀਂ, ਪਹਿਲਾਂ ਜਿਹੜਾ ਇੱਕ ਗੱਲ ਬਣ ਰਹੀ ਸੀ। ਔਰ ਹੁਣ ਸਮੁੱਚੇ ਸੰਘਰਸ਼ ਦਾ ਸਵਾਲ ਹੈ, ਕਿਉਂਕਿ ਉਹ ਨਿੱਜੀ ਤੌਰ 'ਤੇ ਆਇਆ ਨਹੀਂ, ਉਹ ਸਮੁੱਚੇ ਸੰਘਰਸ਼ ਦੇ ਵਿੱਚ ਹੀ ਇਨਵੋਲਵ ਹੋਣ ਆਇਆ। ਜਿਵੇਂ ਲੱਖਾਂ ਟਰੈਕਟਰ ਦੂਸਰਾ ਆਇਆ ਸੀ, ਉਹ ਘਟਨਾ ਉਹਦੇ ਨਾਲ ਨਹੀਂ, ਕਿਸੇ ਦੂਸਰੇ ਨਾਲ ਵੀ ਵਾਪਰ ਸਕਦੀ ਹੈ, ਕਿਸੇ ਨਾਲ ਵੀ ਵਾਪਰ ਸਕਦੀ ਸੀ। ਔਰ ਉੱਥੇ ਜਾਣਾ, ਉੱਥੇ ਸਿਆਸੀ ਆਗੂ ਵੀ ਆਏ, ਪ੍ਰਿੰਕਾ ਗਾਂਧੀ ਵੀ ਗਏ ਕਾਂਗਰਸ ਵੱਲੋਂ, ਅਤੇ ਬਾਕੀ ਦੇ ਲੋਕ ਵੀ ਵੱਖ-ਵੱਖ ਤਰੀਕੇ ਦੇ ਗਏ, ਜਿਨ੍ਹਾਂ ਨੇ ਇਕਸੁਰ ਹੋ ਕੇ ਇਸ ਅੰਦੋਲਨ ਨਾਲ ਇਕਸੁਰਤਾ ਵੀ ਪ੍ਰਗਟਾਈ ਹੈ ਅਤੇ ਨਾਲ ਇਹ ਵੀ ਕਿਹਾ ਕਿ ਗੌਰਮੈਂਟ ਨੂੰ ਅੜੀ ਕਰਨ ਦੀ ਬਜਾਏ ਇਹ 3 ਕਾਨੂੰਨ ਵਾਪਸ ਲੈਣੇ ਚਾਹੀਦੇ ਨੇ ਅਤੇ ਘੱਟੋ ਘੱਟ ਸਮਰਥਨ ਮੁੱਲ ਵਾਲਾ ਜਿਹੜਾ ਲੀਗਲ ਗਰੰਟੀ ਹੈ, ਕਾਨੂੰਨ ਦੀ ਗਰੰਟੀ ਹੈ, ਉਹ ਦੇਣੀ ਚਾਹੀਦੀ ਹੈ, ਤਾਂ ਕਿ ਕਿਸਾਨ ਹੋਰ ਲੰਮਾ ਸਮਾਂ ਪਰੇਸ਼ਾਨ ਨਾ ਹੋਣ ਅਤੇ ਉਹਨਾਂ ਦੀ ਮੰਗ ਮੰਨੀ ਜਾਣੀ ਚਾਹੀਦੀ ਹੈ। ਡੈਮੋਕ੍ਰੇਟਿਕ ਕੰਟਰੀ ਇਹੀ ਗੱਲ ਕਰਦਾ ਉਸ ਰੂਪ ਦੇ ਵਿੱਚ। ਔਰ ਇਸੇ ਤਰੀਕੇ ਦੇ ਨਾਲ ਗੌਰਮੈਂਟ ਨੇ 26 ਤੋਂ ਬਾਅਦ ਜਿਹੜਾ ਇੱਕ ਤਰੀਕਾ ਸੀ ਹੋਰ ਸਖਤੀ ਕਰਨ ਦਾ ਅਪਣਾਇਆ ਸੀ, ਜਿਹਦੇ 'ਚ ਆਗੂਆਂ 'ਤੇ ਵੀ ਪਰਚੇ ਦਰਜ ਕੀਤੇ ਗਏ ਅਤੇ ਹੋਰਾਂ ਬੰਦਿਆਂ 'ਤੇ ਵੀ ਜਿਹੜਾ ਇੱਕ ਭੀੜ 'ਤੇ ਵੀ ਇਕੱਠੇ ਪਰਚੇ ਦਰਜ ਕੀਤੇ ਗਏ। ਔਰ 122 ਲੋਕਾਂ ਦੀ ਲਿਸਟ ਤਾਂ ਸਾਹਮਣੇ ਆ ਚੁੱਕੀ ਹੈ, ਜਿਹੜੇ ਕਹਿੰਦੇ ਨੇ ਜੇਲ੍ਹ 'ਚ ਵੀ ਨੇ, ਤਿਹਾੜ ਜੇਲ੍ਹ ਦੇ ਵਿੱਚ ਵੀ ਕਾਫੀ ਬੰਦ ਨੇ ਉਹਨਾਂ ਦੇ ਵਿੱਚੋਂ। ਔਰ ਪੱਤਰਕਾਰ ਨੂੰ ਵੀ ਫੜਿਆ ਗਿਆ, ਮਨਦੀਪ ਨੂੰ, ਅਤੇ ਉਹ ਤਾਂ ਜ਼ਮਾਨਤ 'ਤੇ ਰਿਹਾ ਹੋ ਗਿਆ, ਚਲੋ ਉਹ ਅਲੱਗ ਗੱਲ ਹੈ। ਪਰ ਇਸੇ ਤਰੀਕੇ ਦੇ ਨਾਲ ਵੱਡੀਆਂ ਰੋਕਾਂ ਖੜੀਆਂ ਕਰਨ ਦਾ ਜਿਹੜਾ ਇੱਕ ਵਿਚਾਰ ਹੈ, ਜਦੋਂ ਬੀਜੇਪੀ ਦੇ ਕੁਝ ਬੰਦੇ ਲੈ ਕੇ ਪਹਿਲਾਂ ਮਤਲਬ ਗਾਜੀਪੁਰ ਬਾਰਡਰ 'ਤੇ ਆਏ, ਜਿਹਦੇ ਕਰਕੇ ਸਾਰਾ ਮੋੜਾ ਪਿਆ। ਟਕੈਤ ਨੇ ਇਹ ਕਿਹਾ ਕਿ ਉਹ ਬੰਦੇ ਖਰਾਬ ਕਰਨਗੇ, ਅਤੇ ਚਲੋ ਪੁਲਿਸ ਆਉਂਦੀ ਤਾਂ ਅਲੱਗ ਗੱਲ ਸੀ। ਉਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਵੀ ਉਹ ਬੰਦੇ ਆਏ, ਉਹ ਬੰਦੇ ਵੀ ਐਕਸਪੋਜ਼ ਹੋ ਗਏ ਕਿ 40-40 ਕਿਲੋਮੀਟਰ ਤੋਂ ਦੂਰ ਤੋਂ ਲਿਆ ਕੇ ਅਮਿਤ ਸ਼ਾਹ ਨਾਲ ਤਸਵੀਰਾਂ ਵਾਲੇ ਬੰਦੇ ਬੀਜੇਪੀ ਦੇ ਆਪਣੇ ਸੀ, ਲੋਕਲ ਬੰਦੇ ਨਹੀਂ ਸੀ। ਜਦੋਂ ਦੇ ਉਹ ਹਟੇ ਨੇ, ਸਰਕਾਰ ਪਿੱਛੇ ਹਟ ਗਈ ਉਸ 'ਤੇ, ਕਿਉਂਕਿ ਉਹ ਐਕਸਪੋਜ਼ ਹੋ ਗਿਆ ਕੰਮ ਕਿ ਉਹ ਨਹੀਂ ਚੱਲ ਸਕਦਾ। ਅਤੇ ਹੁਣ ਉਦੋਂ ਬਾਅਦ ਫਿਰ ਕੀ ਕੀਤਾ ਕਿ ਬੈਰੀਕੇਡ ਪੱਕੇ ਬਣਾ ਦਿਓ, ਪਰਮਾਨੈਂਟ ਢਾਂਚਾ ਖੜ੍ਹਾ ਕਰ ਦਿਓ। ਔਰ ਪਰਮਾਨੈਂਟ ਢਾਂਚੇ ਤਾਂ ਸਰਹੱਦਾਂ 'ਤੇ ਜਿੱਥੇ ਦੂਜੇ ਦੇਸ਼ਾਂ ਨਾਲ ਹੁੰਦੀਆਂ ਨੇ, ਉੱਥੇ ਵੀ ਐਵੇਂ ਨਹੀਂ ਖੜ੍ਹੇ ਕੀਤੇ ਜਾਂਦੇ। ਉੱਥੇ ਵੀ ਕਾਰਜਿਕ ਤਰੀਕੇ ਨੇ। ਬਹੁਤ ਪੁਲਿਸ ਵਾਲੇ ਵੀ ਪੁਰਾਣੇ ਰਿਟਾਇਰਡ ਜਿਹੜੇ ਸੀਨੀਅਰ ਅਫਸਰ ਨੇ, ਉਹ ਕਹਿੰਦੇ ਨੇ ਕਿ ਆਪਣੇ ਲੋਕਾਂ ਨਾਲ ਨਜਿੱਠਣ ਲਈ ਆਰਜੀ ਤੌਰ 'ਤੇ ਤਾਂ ਬੈਰੀਕੇਡ ਬਣਦੇ ਨੇ, ਪਰ ਇਹ ਪਹਿਲੀ ਵਾਰ ਹੋਇਆ ਦੇਸ਼ 'ਚ। ਇਹਦੀਆਂ ਫੋਟੋਆਂ ਦੇਸ਼ ਵਿਦੇਸ਼ ਦੇ ਵਿੱਚ ਦਿਖਾਈ ਦਿੱਤੀਆਂ ਨੇ ਉਸ ਪੱਧਰ ਦੇ ਉੱਤੇ। ਇਸੇ ਕਰਕੇ ਦੁਨੀਆ ਪੱਧਰ 'ਤੇ ਵੀ ਬਦਨਾਮੀ ਹੋ ਰਹੀ ਸੀ, ਅਤੇ ਪਾਰਲੀਮੈਂਟ ਦੇ ਵਿੱਚ ਵੀ ਇਹ ਸਵਾਲ ਬੜੇ ਵੱਡੇ ਪੱਧਰ ਦੇ ਉੱਤੇ ਉੱਠੇ ਆ, ਅਤੇ ਇੱਥੇ ਵੀ ਵੱਡੇ ਪੱਧਰ 'ਤੇ ਉੱਠਿਆ ਕਿ ਸਰਕਾਰ ਹੈ। ਜਿਵੇਂ ਟਕੈਤ ਨੇ ਕੱਲ੍ਹ ਪੰਚਾਇਤ 'ਚ ਰਾਕੇਸ਼ ਟਕੈਤ ਨੇ ਕਿਹਾ, ਇੱਕ ਨਾਅਰਾ ਵੀ ਲਵਾਇਆ, ਜਦੋਂ ਰਾਜਾ ਡਰਦਾ ਤਾਂ ਉਦੋਂ ਰੋਕਾਂ ਲਗਾਉਂਦੇ ਨੇ, ਮਤਲਬ ਉਦੋਂ ਇਹ ਘੇਰਾਬੰਦੀ ਕਰਦਾ ਹੈ, ਜਿਹੜਾ ਉਹ ਸੀਗੇ, ਅਤੇ ਘੇਰਾਬੰਦੀ ਹੋਈ। ਪਰ ਇਸ ਪ੍ਰੈਸ਼ਰ ਦੇ ਵਿੱਚ ਫਿਰ ਹੁਣ ਕੀ ਹੋਇਆ ਕਿ ਅੱਜ ਉਹ ਕਿੱਲਾ ਘੱਟੋ ਘੱਟ
ਉਖਾੜ ਲਈਆਂ ਗਈਆਂ ਨੇ ਤੇ ਉਹ ਕਿੱਲਾਂ ਜਿਹੜੀਆਂ ਲਾਈਆਂ ਸੀ ਔਰ ਉਹ ਕਿੱਲਾਂ ਦਾ ਮਕਸਦ ਵੀ ਤੁਸੀਂ ਦੇਖੋ ਕੀ ਸੀ ਕਿ ਲੋਕਾਂ ਦੇ ਵਾਹਨ ਆਉਣਗੇ, ਉਹਨਾਂ ਦੇ ਟਾਇਰ ਪੈਂਚਰ ਹੋ ਜਾਣਗੇ ਤੇ ਉੱਥੇ ਖੜ ਜਾਣਗੇ। ਇਹ ਬੜਾ ਮਜ਼ਾਕ ਵਾਲੀ ਇੱਕ ਗੱਲ ਮਤਲਬ ਗੌਰਮੈਂਟਾਂ ਐ ਸੀਰੀਅਸਲੀ ਐਂ ਵੀ ਕਰਦੀਆਂ ਨੇ ਕਿਸੇ ਡੈਮੋਕ੍ਰੇਟਿਕ ਕੰਟਰੀ 'ਚ ਇਹ ਸੀ। ਔਰ ਇਹ ਵਾਕਈ ਸਰਕਾਰ ਬੈਕਫੁੱਟ ਤੇ ਨਜ਼ਰ ਆ ਰਹੀ ਹੈ, ਪਿੱਛੇ ਹਟੀ ਹੈ ਔਰ ਹਟਣਾ ਵਾਜਬ ਵੀ ਹੈ ਕਿਉਂਕਿ ਤੁਸੀਂ ਅੜੀ ਕਰੋਗੇ ਤਾਂ ਤੁਹਾਡਾ ਹੀ ਨੁਕਸਾਨ ਹੋਏਗਾ ਜ਼ਿਆਦਾ ਤੇ ਹੋਰ ਕਿਸੇ ਦਾ ਨੁਕਸਾਨ ਨਹੀਂ ਹੋਏਗਾ। ਔਰ ਇਹਦੇ ਨਾਲ ਸੰਘਰਸ਼ ਦੇ ਵਿੱਚ ਜਿਹੜੇ ਬੰਦੇ ਸੰਘਰਸ਼ 'ਚ ਉੱਥੇ ਬੈਠੇ ਨੇ ਜਾਂ ਇੱਥੇ ਵੀ ਜਿੱਥੇ ਵੀ ਹੈਗੇ ਨੇ, ਉਹਨਾਂ 'ਚ ਇੱਕ ਉਤਸ਼ਾਹ ਹੈ ਕਿ ਗੌਰਮੈਂਟ ਪਿੱਛੇ ਹਟ ਗਈ ਹੈ ਤੇ ਸਾਡਾ ਇੱਕ ਕਦਮ ਹੋਰ ਅੱਗੇ ਹੋ ਗਿਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਜਿਹੜਾ ਇਹ ਸ਼ੁਰੂ ਹੋਇਆ ਉਹ ਸੰਘਰਸ਼ ਸੀ, ਇਹ ਕਿਸਾਨੀ ਸੰਘਰਸ਼ ਤੋਂ ਜਿਹੜਾ ਹੈਗਾ ਇੱਕ ਜਨ ਅੰਦੋਲਨ ਦਾ ਰੂਪ ਧਾਰ ਚੁੱਕਿਆ, ਜਿਸ 'ਚ ਦੇਸ਼ ਵਿਦੇਸ਼ ਤੋਂ ਲੋਕ ਪਹਿਲਾਂ ਹੀ ਸ਼ਮੂਲੀਅਤ ਕਰ ਰਹੇ ਨੇ। ਪਰ ਹੁਣ ਜਿਹੜਾ ਹੈਗਾ ਕੁਝ ਕੌਮਾਂਤਰੀ ਹਸਤੀਆਂ ਵੀ ਜਿਹੜਾ ਇਸ ਸੰਘਰਸ਼ ਵਿੱਚ ਸ਼ਾਮਲ ਹੋ ਚੁੱਕੀਆਂ ਨੇ ਤੇ ਜਿਹੜਾ ਭਾਰਤ ਸਰਕਾਰ ਹੈ ਉਸ 'ਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਵੀ ਜਿਹੜੀ ਹੈਗੀ ਹੈ ਦੇ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਸ ਨੂੰ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖੋ? ਬਿਲਕੁਲ, ਮੈਨੂੰ ਲੱਗਦਾ ਕਿ ਅੰਦੋਲਨ ਨੂੰ ਬੜੀ ਵੱਡੀ ਸਪੋਰਟ ਮਿਲੀ ਹੈ। CNN ਦੇ ਜਿਹੜੇ ਮੁਖੀ ਨੇ ਇੱਕ ਆਰਟੀਕਲ ਲਿਖਿਆ ਤੇ ਉਸ ਆਰਟੀਕਲ ਤੋਂ ਜਿਹੜੀ ਪੌਪ ਸਟਾਰ ਹੈ ਦੁਨੀਆ ਦੇ ਵਿੱਚ ਜਾਣੀ ਜਾਂਦੀ ਰਿਹਾਨਾ ਨੇ, ਉਹਨੇ ਟਵੀਟ ਕਰਤਾ ਤੇ ਉਹ ਟਵੀਟ ਦੇ ਇਹੋ ਜਿਹੀ ਖਲਬਲੀ ਮਚਾਈ ਹੈ ਤੇ ਗਾਹਾਂ ਤੋਂ ਗਾਹਾਂ ਹੋਰ ਕਰੀ ਗਏ ਤੇ ਉਹਦੇ ਨਾਲ ਜਿਵੇਂ ਇੰਨੀ ਹਿਲਜੁਲ ਹੋ ਗਈ ਹੁੰਦੀ ਹੈ ਗਵਰਨਮੈਂਟ ਆਫ ਇੰਡੀਆ 'ਚ, ਜਿਵੇਂ ਦੇਸ਼ ਕਿਹੋ ਜਿਹਾ ਹੈ ਤੇ ਦੇਸ਼ ਇੱਕ ਚੀਜ਼ ਨਾਲ, ਇੱਕ ਇੰਡੀਵਿਜੂਅਲ ਬੰਦੇ ਦੇ ਟਵੀਟ ਨਾਲ ਹਿੱਲ ਜਾਂਦਾ ਹੈ ਤਾਂ ਬਾਕੀ ਤਾਂ ਦੇਸ਼ ਫਿਰ ਕੀ ਹੋਏਗਾ। ਔਰ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਐਕਸਟਰਨਲ ਅਫੇਅਰਜ਼ ਮਿਨਿਸਟਰੀ ਨੇ ਕਿਸੇ ਨਿੱਜੀ ਬੰਦੇ ਦੀ ਗੱਲ ਤੇ ਨਿੱਜੀ ਬੰਦੇ ਦੇ ਟਵੀਟ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੋਵੇ। ਤੇ ਨਹੀਂ ਤਾਂ ਦੇਸ਼ਾਂ ਦੇ ਵਿੱਚ ਜੇ ਕੋਈ ਦੇਸ਼ ਦਾ ਮੁਖੀ ਕਹਿੰਦਾ ਹੈ ਜਾਂ ਦੇਸ਼ਾਂ ਦੇ ਕੋਈ ਸਰਕਾਰਾਂ ਕਹਿੰਦੀਆਂ ਨੇ ਉਹਦੇ ਤੇ ਤਾਂ ਪ੍ਰਤੀਕਿਰਿਆ ਦੇਣਾ ਠੀਕ ਹੈ, ਗੱਲ ਕਰਦੇ ਨੇ, ਪਰ ਇਹ ਫਸਟ ਟਾਈਮ ਹੈ। ਇਹਦੇ ਤੋਂ ਵੀ ਇਹ ਨਜ਼ਰ ਆਉਂਦਾ ਕਿ ਗੌਰਮੈਂਟ ਕਿੰਨੀ ਅੰਦਰੋਂ ਪਰੇਸ਼ਾਨੀ 'ਚ ਹੈ, ਕਿੰਨੀ ਹਿੱਲੀ ਹੋਈ ਹੈ ਦੁਨੀਆ ਪੱਧਰ ਤੇ ਉਹਦੇ ਨਾਲ ਹੀ ਸਗੋਂ ਕੁਝ ਹੋਰ ਫਿਲਮੀ ਐਕਟਰਾਂ ਨੂੰ ਇਹਨਾਂ ਨੇ ਅੱਗੇ ਪੇਸ਼ ਕਰਤਾ, ਅੱਗੇ ਜਿਹੜੇ ਆਪਣੇ ਨੇ, ਜਿਹੜੇ ਬਾਲੀਵੁੱਡ ਵਾਲੇ ਉਹ ਬਿਲਕੁਲ ਨਹੀਂ ਬੋਲੇ, ਕੱਲ ਉਸ ਦੇ ਖਿਲਾਫ ਲਾਈਨ ਦੇ ਵਿੱਚ ਆ ਗਏ ਨੇ। ਔਰ ਉਹਨਾਂ ਸਭ ਦੇ ਵੀ ਦਿਮਾਗ ਇਸ ਪੱਧਰ ਦੇ ਉੱਤੇ ਹੈ ਕਿ ਉਹਨਾਂ ਨੂੰ ਕਿਸਾਨ ਅੰਦੋਲਨ 'ਚੋਂ ਦੇਸ਼ ਤੋੜਨਾ ਨਜ਼ਰ ਕਿਵੇਂ ਆਉਂਦਾ। ਉਹਨਾਂ ਨੂੰ ਕਿਸਾਨ ਅੰਦੋਲਨ ਦੇ ਵਿੱਚੋਂ, ਕਿਸਾਨਾਂ 'ਚੋਂ ਦੇਸ਼ ਭਗਤੀ ਦੀ ਬਜਾਏ ਇਹ ਤਾਂ ਐਕਟਿੰਗ ਕਰਦੇ ਨੇ ਫਿਲਮਾਂ ਦੇ ਵਿੱਚ, ਉਹਦੇ 'ਚੋਂ ਕਰੋੜਾਂ ਕਮਾਉਂਦੇ ਨੇ ਐਕਟਿੰਗ ਕਰਕੇ, ਕਦੇ ਪੁਲਿਸ ਅਫਸਰ ਦੀ, ਕਦੇ ਫੌਜੀ ਦੀ, ਕਦੇ ਕਾਸੇ ਦੀ। ਪਰ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਜਵਾਕ ਤਾਂ ਬਾਰਡਰ ਤੇ ਪ੍ਰੈਕਟੀਕਲੀ ਮਰਦੇ ਨੇ, ਉਹਨਾਂ ਦੀਆਂ ਲਾਸ਼ਾਂ ਤਾਂ ਉੱਥੋਂ ਆਉਂਦੀਆਂ ਨੇ। ਹੁਣੇ ਗੁਰਤੇਜ ਜਿਹੜਾ ਮੁੰਡਾ ਮਾਨਸਾ ਜ਼ਿਲ੍ਹੇ ਦਾ ਇੱਥੇ ਜਿਹੜੀ ਗੁਲਵਾਨ ਘਾਟੀ ਦੇ ਵਿੱਚ ਜਿਹੜਾ ਸ਼ਹੀਦ ਹੋਇਆ, ਉਹਨੂੰ ਪਰਮਵੀਰ ਚੱਕਰ ਤੁਸੀਂ 26 ਨੂੰ ਦੇ ਰਹੇ ਹੋ, ਉਹਨਾਂ ਦੇ ਬਾਪ ਤੇ ਉਹਨਾਂ ਦੇ ਘਰ ਵਾਲੇ ਬੰਦੇ ਇਸ ਅੰਦੋਲਨ 'ਚ ਬੈਠੇ ਨੇ, ਉਹੋ ਜਿਹੇ ਬੰਦੇ ਬੈਠੇ ਨੇ। ਤਾਂ ਇੱਕ ਸੰਗ ਸ਼ਰਮ ਹੁੰਦੀ ਹੈ ਬੋਲਦੇ ਹੋਏ ਕਿਸੇ ਵੀ ਗੱਲ ਤੇ। ਜੇ ਮਾੜਾ ਮੋਟਾ ਚਲੋ ਕੋਈ ਗੱਲ ਲੱਗਦੀ ਹੋਏ ਫਿਰ ਤੁਸੀਂ ਵਧਾ ਕੇ ਕਹਿ ਦਿਓ ਤਾਂ ਗੱਲ ਮੰਨੀ ਜਾਂਦੀ ਹੁੰਦੀ ਹੈ ਕਈ ਵਾਰ। ਜਿਹੜੀ ਗੱਲ ਦਾ ਕੋਈ ਅੰਸ਼ ਹੀ ਨਾ ਹੋਏ ਉਸ ਸਾਰੇ ਮਾਮਲੇ ਦੇ ਵਿੱਚ, ਉਹਨੂੰ ਵੀ ਧੱਕੇ ਨਾਲ ਉਹਦੇ ਗਲ ਪਾਉਣ ਦੀ ਕੋਸ਼ਿਸ਼ ਕਰਨਾ, ਤੇ ਮੈਨੂੰ ਲੱਗਦਾ ਇਹਨਾਂ ਤੇ ਵੀ ਹੈ। ਔਰ ਸਚਿਨ ਤੰਦੂਲਕਰ ਤੇ ਵੀ WhatsApp ਦੇ ਉੱਤੇ ਅੱਜ ਕੱਲ੍ਹ ਆ ਰਿਹਾ, ਉਹਦੇ ਵੀ ਨਿੱਕਰ ਪਵਾਤੀ ਹੈ ਤੇ ਬੜੀਆਂ ਚੀਜ਼ਾਂ ਜਿਹੜੀਆਂ ਉਸ ਲੈਵਲ ਤੇ ਹੋਈਆਂ। ਤੁਸੀਂ ਸੋਲਿਡ ਗੱਲ ਉਸ ਲੈਵਲ ਤੇ ਕਰਨ ਦੀ ਲੋੜ ਹੁੰਦੀ ਹੈ। ਬਲਕਿ ਜਿਹੜੀਆਂ ਕੋਈ ਵੱਡੀਆਂ ਹਸਤੀਆਂ ਹੁੰਦੀਆਂ ਨੇ, ਜੇ ਉਹ ਮਾਮਲੇ ਨੂੰ ਸੁਲਝਾਉਣ 'ਚ ਰੋਲ ਪਲੇ ਕਰ ਸਕਦੀਆਂ ਹੋਣ ਕਿ ਇਹ ਗੱਲ ਵਾਜਬ ਹੈ, ਵਾਜਬ ਤਰੀਕੇ ਨਾਲ ਅੱਗੇ ਆਉਣ, ਉਹਨਾਂ ਦਾ ਰੋਲ ਚੰਗਾ ਬਣ ਜਾਂਦਾ। ਜੇ ਤੁਸੀਂ ਕੇਵਲ ਮਤਲਬ ਧੂਤੋ ਹੀ ਬਣਨਾ ਜਾਂ ਤੁਹਾਡੇ ਤੇ ਉਂਗਲ ਲਾਈ ਤੁਸੀਂ ਬੋਲ ਪਏ, ਜਦ ਉਂਗਲ ਲਾਈ ਨਾ ਬੋਲ ਪਏ, ਤੇ ਉਹ ਨਹੀਂ ਚੱਲਦੀਆਂ। ਔਰ ਇਹਦੇ ਨਾਲ ਸਗੋਂ ਇੱਕ ਬੜੇ ਵੱਡੇ ਪੱਧਰ ਤੇ ਤੁਸੀਂ ਕਿਹੋ ਜਿਹੀ ਭਾਸ਼ਾ ਵਰਤਦੇ ਹੋ। ਤੇ ਜਿਹੜੀ ਉਹ ਬੱਚੀ ਜਿਹਨੇ ਸਾਰੀ ਦੁਨੀਆ ਦੇ ਈਵਨ ਟਰੰਪ ਸਮੇਤ ਬੈਠੇ ਸਟੇਜ ਤੇ ਬੰਦਿਆਂ ਦੀ ਬੋਲਤੀ ਬੰਦ ਕਰਾਤੀ ਸੀ, ਜਿਹਨੇ ਕਿਹਾ ਕਿ ਹਾਊ ਡੇਅਰ ਯੂ, ਕਿ ਤੁਸੀਂ ਕਿਵੇਂ ਸਾਡਾ ਜੀਵਨ ਬਰਬਾਦ ਕਰਤਾ, ਸਾਡੇ ਸੁਪਨੇ ਮਾਰਤੇ, ਵਾਤਾਵਰਨ ਖਰਾਬ ਕਰਕੇ। ਤੇ ਜੇ ਉਹਦੇ ਲਈ ਲੜਦੇ ਤਾਂ ਤੁਸੀਂ ਤਾੜੀਆਂ ਮਾਰਦੇ ਹੋ। ਜਦੋਂ ਕਿਸੇ ਹੋਰ ਬੇਇਨਸਾਫੀ ਖਿਲਾਫ ਗੱਲ ਕਹਿਤੀ ਫਿਰ ਤੁਸੀਂ ਕਹਿੰਦੇ ਹੋ ਇਹ ਕਿਉਂ ਕਹਿ ਰਿਹਾ। ਇਹ ਤਾਂ ਦੁਨੀਆ ਦੀ ਜਮਹੂਰੀਅਤ ਦੇ ਵਿੱਚ ਆਪਣੀ ਗੱਲ ਕਹਿਣਾ, ਇੱਕ ਦਾ ਨਾਰਾ ਮਾਰਨਾ, ਉਹ ਕੋਈ ਆ ਕੇ ਹਮਲਾ ਥੋੜ੍ਹੀ ਕਰਦੇ ਨੇ ਕੋਈ ਕਿਸੇ ਵੀ ਗੱਲ ਦੇ ਉੱਤੇ ਬੰਦੇ। ਤੇ ਇਸ ਦਾ ਇੱਕ ਪ੍ਰੈਸ਼ਰ ਹੈਗਾ। ਸਗੋਂ ਇਦੋਂ ਬਾਅਦ ਜਦੋਂ ਦੀ ਇਹਨੇ ਰਿਐਕਸ਼ਨ ਕੀਤੀ ਹੈ, ਮੈਨੂੰ ਲੱਗਦਾ ਇੰਟਰਨੈਸ਼ਨਲ ਮੀਡੀਆ 'ਚ ਜ਼ਿਆਦਾ ਗੱਲ ਪ੍ਰਚਲਿਤ ਹੋ ਗਈ ਹੈ, ਇਹਦਾ ਅੰਤਰਰਾਸ਼ਟਰੀਕਰਨ ਆਪਣੇ ਆਪ ਹੋ ਗਿਆ। ਇਹਦਾ ਸ਼ਾਇਦ ਇਦੋਂ ਪਹਿਲਾਂ ਇੰਨਾ ਨਹੀਂ ਸੀ ਹੋਇਆ, ਇਹ ਸਰਕਾਰ ਦੇ ਰਿਐਕਸ਼ਨ ਨੇ ਜ਼ਿਆਦਾ ਕਰਤਾ ਜੀ। ਹਮੀਰ ਸਿੰਘ ਜੀ, ਕਿਸਾਨੀ ਸੰਘਰਸ਼ ਦੀ ਜਿਹੜੀ ਹਮਾਇਤ ਦੇ ਵਿੱਚ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਦੀਆਂ ਖਾਪ ਪੰਚਾਇਤਾਂ ਜਿਹੜੀ ਹੈਗੀਆਂ ਉਹ ਕਿਸਾਨ ਮਹਾਪੰਚਾਇਤਾਂ ਕਰ ਰਹੀਆਂ ਤੇ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜਾ ਹਰ ਤਰ੍ਹਾਂ ਡਟਣ ਦਾ ਐਲਾਨ ਕਰ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹ ਖਾਪ ਜਿਹੜੀਆਂ ਹੈਗੀਆਂ ਮਹਾਪੰਚਾਇਤਾਂ ਕਰ ਰਹੀਆਂ ਨੇ, ਇਹ ਕਿਸਾਨੀ ਸੰਘਰਸ਼ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ? ਇਹਦੇ ਨਾਲ ਬਹੁਤ ਵੱਡਾ ਫਰਕ ਪਿਆ। ਪਹਿਲਾਂ ਅਸਲ 'ਚ ਇਹ ਦੇਖਿਆ ਜਾ ਰਿਹਾ ਸੀ ਕਿ ਪੰਜਾਬ ਲੀਡ ਕਰ ਰਿਹਾ ਹੈ, ਬਾਕੀ ਹਰਿਆਣਾ ਉਹਦੀ ਮਦਦ ਕਰ ਰਿਹਾ ਹੈ। ਹਰਿਆਣਾ ਦੇ ਤੌਰ ਤੇ ਜਿਵੇਂ ਕੋਈ ਸਬਜ਼ੀਆਂ, ਦੁੱਧ, ਬਾਕੀ ਖਾਣ ਪੀਣ 'ਚ ਮਦਦ ਕਰ ਰਿਹਾ ਹੈ। ਜਾਂ ਯੂਪੀ ਦੇ ਵੀ ਕੁਝ ਬੰਦੇ ਆਏ ਨੇ, ਯੂਪੀ 'ਚੋਂ ਵੀ ਕਹਿੰਦੇ ਸੀ ਬਹੁਤੇ ਪੰਜਾਬੀ ਸਰਦਾਰ ਹੀ ਆਏ ਨੇ, ਦੂਜੇ ਨਹੀਂ ਆਏ। ਸਗੋਂ ਇਸ ਘਟਨਾ ਤੋਂ ਬਾਅਦ
ਯੂਪੀ, ਰਾਜਸਥਾਨ, ਹਰਿਆਣਾ ਜਾਂ ਬਾਕੀ ਦੇ ਲੋਕ ਜਿਹੜੇ ਪੰਚਾਇਤਾਂ, ਇਹਨਾਂ ਮਹਾਪੰਚਾਇਤਾਂ 'ਚ ਆ ਰਹੇ ਨੇ ਵੱਡੀ ਗਿਣਤੀ 'ਚ, ਬਹੁਤ ਵੱਡੀ ਤਾਦਾਦ ਦੇ ਵਿੱਚ, ਉਹਨੇ ਸਾਬਤ ਕਰਤਾ ਕਿ ਇਹ ਅੰਦੋਲਨ ਸਮੁੱਚੇ ਲੋਕਾਂ ਦਾ ਅੰਦੋਲਨ ਹੁਣ ਬਣਿਆ। ਇਹਦੇ 'ਚ ਅਗਵਾਈ ਵੀ ਇਕੱਲਾ ਨੇ, ਹੁਣ ਟਕੈਤ ਦਾ ਕੱਦ ਉੱਭਰ ਕੇ, ਹਾਲਾਂਕਿ ਹੁਣ ਟਕੈਤ ਬਾਰ-ਬਾਰ ਇਹ ਕਹਿ ਰਿਹਾ ਕਿ ਮੈਂ ਇਕੱਲਾ ਬੰਦਾ ਨਹੀਂ ਆ, ਫੈਸਲਾ ਉਹੀ ਹੋਏਗਾ ਜੋ 40 ਰਲ ਕੇ ਕਰਾਂਗੇ। ਅਜੇ ਵੀ ਪੰਜਾਬ ਵੱਡਾ ਭਾਈ ਹੈ, ਪੰਜਾਬ ਦੇ ਤੌਰ ਤੇ ਅਸੀਂ ਉਹਦੀ ਅਗਵਾਈ 'ਚ ਹੀ ਚੱਲਾਂਗੇ। ਇਹਦਾ ਮਤਲਬ ਨਰੇਟਿਵ ਕੀ ਬਣ ਗਿਆ ਕਿ ਹੁਣ ਅਸਲ 'ਚ ਸਮੂਹਿਕ ਲੜਾਈ ਦੇ ਰੂਪ 'ਚ ਦਿਖਾਈ ਦੇਣ ਲੱਗਿਆ। ਤੇ ਜਿਹੜੀ ਸਰਕਾਰ ਨੇ ਅੱਜ ਤੱਕ ਇਹ ਜ਼ੋਰ ਲਾਇਆ ਸੀ ਕਿ ਇਹ ਤਾਂ ਪੰਜਾਬ ਦੇ ਕੁਝ ਕਿਸਾਨਾਂ ਦੀ ਲੜਾਈ ਹੈ, ਬਾਕੀ ਤਾਂ ਥੋੜੇ ਬਹੁਤੇ ਨਾਲ ਆ ਰਹੇ ਨੇ, ਉਹ ਬਿਲਕੁਲ ਦਲੀਲ, ਉਹ ਲੌਜਿਕ ਖਤਮ ਹੋ ਗਿਆ ਇਸ ਸਾਰੇ ਗੱਲ ਦੇ ਨਾਲ। ਔਰ ਵੱਡੇ ਵੱਡੇ ਮਤਲਬ ਜਿਹੜੀਆਂ ਮਹਾਪੰਚਾਇਤਾਂ ਹੋਈਆਂ ਨੇ, ਉਧਰ ਰਾਤ ਤੋਂ ਹੀ ਜਿੰਨੇ ਬੰਦੇ ਜਾਣੇ ਸ਼ੁਰੂ ਹੋ ਗਏ ਨੇ ਉਸ ਗਾਜੀਪੁਰ ਬਾਰਡਰ ਤੇ ਹੁਣ ਆ ਹਰਿਆਣੇ ਤੇ ਖਾਪਾਂ ਤੇ ਬਾਕੀ ਦੇ ਲੋਕ ਵੀ ਜਿੰਨੇ ਆ ਰਹੇ ਤੇ ਅੱਗੇ ਵੀ ਹੋਣਗੇ। ਨਾ ਕੇਵਲ ਉੱਥੇ ਲੱਖਾਂ ਬੰਦਾ ਬੈਠਦਾ, ਬਲਕਿ ਜਿੱਥੇ ਤੁਸੀਂ ਬੁਲਾਉਂਦੇ ਹੋ ਜਾ ਕੇ ਆਗੂ ਆਉਂਦੇ ਨੇ, ਉੱਥੇ ਲੱਖਾਂ ਬੰਦਾ ਜੁੜਦਾ। ਬਿਲਕੁਲ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ। ਇਹਦੇ ਨਾਲ ਕੀ ਹੋਏਗਾ? ਇਹਦੇ ਨਾਲ ਜਿਹੜਾ ਅੰਦੋਲਨ ਨੂੰ ਇੱਕ ਸਾਈਡ ਲਿਜਾਣ ਦਾ ਸਵਾਲ ਸੀ, ਉਹਨੂੰ ਧਾਰਮਿਕ ਰੰਗਤ ਦੇਣ ਦੀ ਸਵਾਲ ਸੀ, ਜਾਂ ਖਾਲਿਸਤਾਨ ਵੱਲ ਲਿਜਾਣ ਦਾ ਸਵਾਲ ਸੀ, ਜਾਂ ਮਾਓਵਾਦ ਜਾਂ ਬਾਕੀ ਕਿਧਰੇ ਵੀ ਲਿਜਾਣ ਦਾ ਸਵਾਲ ਸੀ, ਉਹ ਜਿਹੜਾ ਇੱਕ ਦਲੀਲ ਆ ਉਹ ਵੀ ਖੁੰਡੀ ਹੋ ਗਈ। ਇਹਦੇ ਨਾਲ ਹੁਣ ਉਹ ਕਿਸਾਨੀ ਦਾ ਜਿਹੜਾ ਇਕਜੁੱਟਤਾ ਦਾ ਪ੍ਰਗਟਾਵਾ ਹੈ, ਉਹ ਸਾਰਾ ਉੱਪਰ ਆ ਗਿਆ। ਉਹਦੇ ਖਿਲਾਫ ਲੜਨ ਲਈ ਸਰਕਾਰ ਕੋਲ ਕੋਈ ਦਲੀਲ ਉਸ ਪੱਧਰ ਦੇ ਉੱਤੇ ਦਿਖਾਈ ਨਹੀਂ ਦੇ ਰਹੀ। ਜਦੋਂ ਉਹ ਦਲੀਲ ਦਿਖਾਈ ਨਹੀਂ ਦੇ ਰਹੀ ਤਾਂ ਆਟੋਮੈਟਿਕਲੀ ਸਰਕਾਰ ਪ੍ਰੈਸ਼ਰ ਦੇ ਵਿੱਚ ਹੈ। ਉਹ ਪ੍ਰੈਸ਼ਰ ਜਿਹੜਾ ਹੈ ਲਾਜ਼ਮੀ ਆ, ਆਹ ਸਾਰੀਆਂ ਚੀਜ਼ਾਂ ਤੋਂ ਦੇਖਿਆ ਜਾ ਰਿਹਾ ਕਿ ਤੁਸੀਂ ਕਿੱਥੇ ਖੜੇ ਹੋ। ਤੇ ਤੁਸੀਂ ਪਾਰਲੀਮੈਂਟ ਦੇ ਵਿੱਚ ਵੀ ਉਸੇ ਪ੍ਰੈਸ਼ਰ ਦੇ ਤਹਿਤ ਡਿਬੇਟ ਕਰਾਉਣ ਨੂੰ ਘੱਟੋ ਘੱਟ ਮਤਲਬ ਤਿਆਰ ਹੋਏ ਹੋ। ਇਹ ਤੋਂ ਪਹਿਲਾਂ ਤਾਂ ਉਹਦੇ ਲਈ ਵੀ ਤਿਆਰ ਨਹੀਂ ਸੀ ਤੁਸੀਂ। ਹਮੀਰ ਸਿੰਘ ਜੀ, ਜਿਵੇਂ ਹੁਣ ਤੁਸੀਂ ਦੱਸ ਕੇ ਹਟੇ ਹੋ ਵੀ ਕਿ ਭਾਰਤੀ ਸੰਸਦ ਦੇ ਵਿੱਚ ਵੀ ਜਿਹੜਾ ਹੈਗਾ ਇਹ ਕਿਸਾਨੀ ਸੰਘਰਸ਼ ਦੀ ਜਿਹੜੀ ਗੂੰਜ ਸੁਣਾਈ ਦੇਣ ਲੱਗੀ ਹੈ, ਤੁਹਾਨੂੰ ਲੱਗਦਾ ਹੈ ਵੀ ਕਿ ਜਿਵੇਂ ਹੁਣ ਇਹ ਸੰਘਰਸ਼ ਸੜਕਾਂ ਤੋਂ ਉੱਠ ਕੇ ਸੰਸਦ ਤੱਕ ਪਹੁੰਚ ਚੁੱਕਿਆ ਤੇ ਹੁਣ ਕੋਈ ਗੱਲਬਾਤ ਜਿਹੜੀ ਹੈਗੀ ਉਹ ਸਿਰੇ ਚੜ੍ਹ ਸਕੇਗੀ? ਨਹੀਂ, ਉਹ ਲੱਗਦਾ ਹੈ ਕਿਉਂਕਿ ਹੁਣ ਸਾਰੀਆਂ ਵਿਰੋਧੀ ਧਿਰਾਂ ਨੂੰ ਵੀ ਇੱਕ ਅਹਿਸਾਸ ਹੋ ਗਿਆ ਕਿ ਕਿਸਾਨ ਬਹੁਤ ਸੀਰੀਅਸਲੀ ਸਾਡੀ ਕਾਰਗੁਜ਼ਾਰੀ ਨੂੰ ਵੀ ਦੇਖ ਰਹੇ ਨੇ, ਤੇ ਜੇ ਅਸੀਂ ਵੀ ਉਹ ਕਾਰਗੁਜ਼ਾਰੀ ਨਾ ਨਿਭਾਈ ਤਾਂ ਉਹ ਸਾਡੇ ਵੀ ਖਿਲਾਫ ਹੋਣਗੇ। ਜਿਵੇਂ ਕੱਲ ਦੀ ਜਿਹੜੀ ਮਹਾਪੰਚਾਇਤ 'ਚ ਜਿਹੜੇ ਰਾਕੇਸ਼ ਟਕੈਤ ਨੇ ਇੱਕ ਸੱਦਾ ਦਿੱਤਾ ਮੋਦੀ ਨੂੰ ਵੀ, ਉਹ ਬਾਕੀ ਸਭ ਲਈ ਵੀ ਸੱਦਾ ਅਸਲ 'ਚ ਪੋਲੀਟਿਕਸਾਂ ਲਈ। ਉਹਨੇ ਇਹ ਕਿਹਾ ਵੀ ਅਜੇ ਤਾਂ ਅਸੀਂ ਇਹ ਕਾਨੂੰਨ ਵਾਪਸੀ ਦੀ ਗੱਲ ਕਰਦੇ ਹਾਂ, ਅਜੇ ਤਾਂ ਕਾਨੂੰਨ ਆਪਣੇ ਹੱਕ ਦਾ ਬਣਵਾਉਣ ਦੀ ਗੱਲ ਕਰਦੇ ਹਾਂ। ਜੇ ਨਾ ਮੰਨੇ ਕਿਤੇ ਗੱਦੀ ਛਡਵਾਉਣ ਦੀ ਸਾਡੇ ਤੋਂ ਨਾਅਰਾ ਹੋ ਗਿਆ ਕਿ ਤਾਂ ਫਿਰ ਤੁਹਾਡੇ ਲਈ ਬੜਾ ਪ੍ਰੋਬਲਮ ਹੋ ਜਾਣੀ ਹੈ, ਬੜਾ ਔਖਾ ਹੋ ਜਾਣਾ ਹੈ। ਇਸ ਲਈ ਸਭ ਨੂੰ ਇਹ ਪਤਾ ਲੱਗ ਗਿਆ ਕਿ ਕਿਸਾਨ ਚਾਹੇ ਰਾਜਨੀਤਿਕ ਲੀਡਰਾਂ ਨੂੰ ਜਾਂ ਰਾਜਨੀਤਿਕ ਪਾਰਟੀ ਨੂੰ ਦੂਰ ਰੱਖ ਰਿਹਾ, ਪਰ ਰਾਜਨੀਤੀ ਤੇ ਰਾਜਨੀਤਿਕ ਲੀਡਰਾਂ ਦੀਆਂ ਗਤੀਵਿਧੀਆਂ ਤੇ ਉਹਦੀ ਨਜ਼ਰ ਹੈਗੀ ਹੈ। ਇਸੇ ਕਰਕੇ ਜਿਹੜੀਆਂ ਪਾਰਟੀਆਂ ਨੇ ਹੁਣ ਰਾਜ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਵੀ ਕਾਫੀ ਪ੍ਰੋਟੈਸਟ ਵੀ ਕੀਤੇ, ਤੇ ਪ੍ਰੋਟੈਸਟ ਕਰਕੇ ਸਰਕਾਰ ਨੂੰ ਮਜਬੂਰ ਕੀਤਾ ਕਿ ਤੁਸੀਂ ਇਹਦੇ ਤੇ ਗੱਲ ਕਰਾਓ। ਚਾਹੇ ਉਹ ਰਾਸ਼ਟਰਪਤੀ ਦੇ ਭਾਸ਼ਣ ਤੇ ਬਹਿਸ ਦੇ ਦੌਰਾਨ ਹੀ ਹੈ, ਹਾਲਾਂਕਿ ਚਾਹੀਦਾ ਤਾਂ ਇਹ ਹੈ ਕਿ ਐਡਾ ਵੱਡਾ ਮਾਮਲਾ ਹੈ, ਇਹਦੇ ਲਈ ਸਪੈਸ਼ਲ ਦਿਨ ਡਿਕਲੇਅਰ ਕਰਕੇ ਇਹਦੇ ਤੇ ਡਿਬੇਟ ਹੋਣੀਆਂ ਚਾਹੀਦੀਆਂ ਨੇ, ਚਾਹੇ 1 ਜਾਂ 2 ਦਿਨ, ਜਿੰਨੇ ਵੀ ਐਗਰੀਕਲਚਰ ਦੇ ਇਸ਼ੂ ਨੇ। ਔਰ ਇਹ ਤੋਂ ਪਹਿਲਾਂ ਤਾਂ ਡਿਮਾਂਡ ਇਹ ਸੀ ਕਿ ਇੱਕ ਸਪੈਸ਼ਲ ਸੈਸ਼ਨ ਹੀ ਹੋਣਾ ਚਾਹੀਦਾ ਐਗਰੀਕਲਚਰ ਦੀਆਂ ਬਾਕੀ ਸਮੱਸਿਆਵਾਂ ਲਈ ਵੀ। ਇਹਨੂੰ ਤਾਂ ਵਿਡਰਾ ਕਰਕੇ ਇਹਨੂੰ ਸਿਲੈਕਟ ਕਮੇਟੀ ਨੂੰ ਭੇਜ ਦੇਣਾ ਚਾਹੀਦਾ। ਜੇਕਰ ਸਰਕਾਰ ਇਸ ਡਿਬੇਟ ਤੋਂ ਬਾਅਦ, ਜਿਹੜੀ ਕਿ ਪਹਿਲਾਂ ਰਾਜ ਸਭਾ 'ਚ ਅਧੂਰੀ ਛੱਡ ਕੇ ਪਾਸ ਕਰਾ ਦਿੱਤੇ ਗਏ, ਥੋੜ੍ਹਾ ਜਿਹਾ ਵੀ ਸਿਆਣਪ ਤੋਂ ਕੰਮ ਲਵੇ ਤੇ ਲੀਡਰ ਦੂਜੇ ਵੀ ਆਪੋਜੀਸ਼ਨ ਵੀ ਵਿਰੋਧ ਕਰੇ, ਤੇ ਅੰਦਰਲੇ ਵੀ 172 MP ਦੇ ਕਰੀਬ ਨੇ ਲਿਖਿਆ ਮੇਰਾ ਕਿੱਤਾ ਖੇਤੀਬਾੜੀ ਹੈ, ਤੇ ਜੇ ਉਹ ਸਾਰੇ ਬੰਦੇ ਜ਼ੋਰ ਪਾਉਣਗੇ ਤਾਂ ਹੁਣ ਵੀ ਸਿਲੈਕਟ ਕਮੇਟੀ ਨੂੰ ਭੇਜ ਕੇ ਸਰਕਾਰ ਇਹਦੇ 'ਚ ਅਮੈਂਡ ਕਰਕੇ ਇੱਕ ਮਤਲਬ ਟਾਲ ਸਕਦੀ ਹੈ ਇਸ ਸਾਰੇ ਮਾਮਲੇ ਨੂੰ, ਤੇ ਇੱਕ ਅੰਦੋਲਨ ਦਾ ਜਿਹੜਾ ਕਿਉਂਟਿਆ ਜਾ ਸਕਦਾ ਉਸ ਪੱਧਰ ਦੇ ਉੱਤੇ। ਪਰ ਇਦੋਂ ਬਾਅਦ ਅਗਲਾ ਸਵਾਲ ਇਹੀ ਹੈ ਕਿ ਹੁਣ ਜਿਹੜੇ ਕਿਸਾਨ ਬੈਠੇ ਨੇ ਡੈਡਲੌਕ ਹੈ ਜੀ। ਪ੍ਰਧਾਨ ਮੰਤਰੀ ਨੇ ਇਹ ਕਿਹਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਇੱਕ ਫੋਨ ਕਾਲ ਤੋਂ ਦੂਰ ਹੈ। ਸਾਰੇ ਕਿਸਾਨ ਲੀਡਰ ਉਹ ਫੋਨ ਮੰਗ ਰਹੇ ਨੇ ਤੇ ਉਹ ਨੰਬਰ ਮੰਗ ਰਹੇ ਨੇ ਵੀ ਉਹ ਫੋਨ ਕਾਲ ਕਿਹਨੂੰ ਕੀਤੀ ਜਾਏ। ਕਿਸੇ ਤੇ ਤਾਂ ਫੋਨ ਕਾਲ ਕੀਤੀ ਜਾਏ, ਪ੍ਰਧਾਨ ਮੰਤਰੀ ਦਾ ਨੰਬਰ ਤਾਂ ਕਿਸੇ ਕੋਲ ਹੈ ਨਹੀਂ, ਤੇ ਉਹ ਫੋਨ ਕਾਲ ਕਿਹਨੂੰ ਕਹਿੰਦੇ ਨੇ ਵੀ ਕਿੱਥੇ ਗੱਲ ਕਰਨ ਹੋ ਤਾਂ ਕਿ ਉਹਦੇ ਨਾਲ ਗੱਲ ਹੋ ਸਕੇ। ਤੇ ਦੂਜੀ ਗੱਲ ਇਹ ਹੈ ਕਿ ਗੱਲਬਾਤ ਲਈ ਇੱਕ ਮਾਹੌਲ ਤਿਆਰ ਕਰਨਾ ਪੈਂਦਾ। ਇੱਕ ਟਕਰਾਅ ਐਡਾ ਵੱਡਾ ਖੜਾ ਕਰ ਲਿਆ, ਤੁਸੀਂ ਬਾਰਡਰ ਤੇ ਪੱਕੇ ਥੜੇ ਬਣਾਤੇ ਨੇ, ਪੱਕੇ ਬੈਰੀਕੇਡ ਲਾਤੇ, ਤੁਸੀਂ ਲੋਕਾਂ ਦੇ ਬੱਚਿਆਂ ਨੂੰ ਫੜ ਅੰਦਰ ਬੰਦ ਕਰਤਾ, ਤੁਸੀਂ ਸਾਰੇ ਲੀਡਰਾਂ ਤੇ ਪਰਚੇ ਦਰਜ ਕਰਤੇ, ਤੇ ਉਹਦੇ ਲਈ ਇੱਕ ਮਾਹੌਲ ਵੀ ਤਾਂ ਬਣਾਓਗੇ ਨਾ। ਮਾਹੌਲ ਤਾਂ ਬਣੇਗਾ ਗੱਲਬਾਤ ਦਾ ਜਿਵੇਂ ਹੁਣ ਇਹ ਕਿੱਲ ਉਖੇੜੇ ਨੇ, ਉਵੇਂ ਪਰਮਾਨੈਂਟ ਉਹ ਜਿਹੜੇ ਸੀਮੈਂਟ ਦੇ ਹੇਠਾਂ ਬਾਰਡਰ ਨੇ ਉਹ ਵੀ ਉਖੇੜੋ, ਕੋਸ਼ਿਸ਼ ਕਰੋ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਆਮ ਭੋਲੇ ਬੱਚੇ ਜਿੰਨੇ ਵੀ ਚਲੇ ਗਏ ਉਹ ਸਾਰੇ ਕਿਤੇ, ਉਹਨਾਂ ਨੂੰ ਰਿਹਾ ਕਰੋ। ਜਿਹੜੇ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ, ਬਿਨਾਂ ਕਸੂਰ ਤੋਂ ਡੱਕੇ ਹੋਏ ਨੇ, ਉਹਨਾਂ ਦਾ ਕਸੂਰ ਕੀ ਹੈ? ਤੇ ਸਾਜ਼ਿਸ਼ ਦਾ ਜੇ ਉਹਨਾਂ ਦਾ ਕਸੂਰ ਹੈ ਤਾਂ
ਤੁਹਾਡੀ ਸਾਈਡ ਦੇ ਜਿਹੜੇ ਬੰਦਿਆਂ ਦਾ ਕਸੂਰ ਹੈ ਉਹਨਾਂ ਤੇ ਵੀ ਨਾਲ ਬਰਾਬਰ ਦਾ ਇੱਕ ਪਰਚੇ ਦਰਜ ਹੋਣ ਤੇ ਹੋਣ ਨਾ, ਜਿਨ੍ਹਾਂ ਨੇ ਐਡੀ ਵੱਡੀ ਫੋਰਸ ਹੋਣ ਦੇ ਬਾਵਜੂਦ, ਐਡਾ ਵੱਡਾ ਸਿਸਟਮ ਹੋਣ ਦੇ ਬਾਵਜੂਦ ਲਾਲ ਕਿਲੇ ਤੱਕ ਰਾਹ ਖੁੱਲ੍ਹਾ ਛੱਡਿਆ, ਜਿਹੜੀ ਰਿੰਗ ਰੋਡ ਤੇ ਖੁੱਲ੍ਹਾ ਛੱਡਤਾ ਤੇ ਦੂਜੇ ਪਾਸੇ ਬੰਦ ਕੀਤਾ, ਤਾਂ ਉਧਰ ਵੀ ਤਾਂ ਕੁਝ ਕਰੋ। ਇਸ ਲਈ ਉਹਨਾਂ ਦੀ ਰਿਹਾਈ ਦਾ ਜਿਹੜਾ ਸਵਾਲ ਹੈ ਤੇ ਆਗੂਆਂ ਤੇ ਕੇਸ ਵਾਪਸੀ ਦਾ ਜਿਹੜਾ ਸਵਾਲ ਹੈ, ਉਦੋਂ ਬਾਅਦ ਤੁਸੀਂ ਕਹੋ ਆਓ ਗੱਲ ਕਰਦੇ ਹਾਂ ਜੀ ਬਿਲਕੁਲ। ਤੇ ਫਿਰ ਗੱਲ ਹੁੰਦੀ ਹੈ, ਤੇ ਗੱਲਬਾਤ ਤੋਂ ਬਾਅਦ ਉਹਦੇ ਵਿਡਰਾ ਕਰਨ ਦਾ ਸਵਾਲ ਹੈ। ਤੇ ਅਜੇ ਤੱਕ ਤਾਂ ਤੁਸੀਂ ਪੇਸ਼ਕਸ਼ ਕੀਤੀ ਹੈ ਕਿ 1.5 ਸਾਲ ਸਸਪੈਂਸ਼ਨ ਤੇ ਬਾਕੀ ਇੱਕ ਕਮੇਟੀ ਬਣਾਉਣ ਦੀ, ਤੇ ਇਦੋਂ ਅੱਗੇ ਪਿੱਛੇ ਹੋਰ ਉਹਨਾਂ ਕਿਸਾਨਾਂ ਦਾ ਇਹੀ ਹੈ ਕਿ ਤੁਸੀਂ ਕਾਰਪੋਰੇਟ ਖੇਤੀ ਵੱਲ ਜਾ ਰਹੇ ਹੋ ਤੇ ਬਾਕੀ ਤੁਸੀਂ ਗੈਰ ਵਿਧਾਨਕ ਕੰਮ ਕਰ ਰਹੇ ਹੋ, ਗੈਰ ਸੰਵਿਧਾਨਕ ਕੰਮ ਕਰ ਰਹੇ ਹੋ। ਇਹ ਦੋ ਵੱਡੇ ਇਤਰਾਜ਼ ਨੇ, ਇਹਨਾਂ ਨੂੰ ਹੱਲ ਕਰ ਦਿਓ, ਦੋਨੇ ਇਤਰਾਜ਼ਾਂ ਨੂੰ। ਦੋਨੇ ਇਤਰਾਜ਼ ਹੱਲ ਹੋ ਜਾਣਗੇ ਤਾਂ ਮਾਮਲਾ ਹੱਲ ਹੋ ਜਾਏਗਾ ਆਟੋਮੈਟਿਕਲੀ। ਜਾਂ ਸਰਕਾਰ ਉਦੋਂ ਵੱਧ ਕੋਈ ਵੱਡਾ ਲੌਜਿਕ ਦੇ ਦੇ, ਹੋਰ ਤਰੀਕੇ ਦਾ ਕੋਈ ਲੌਜਿਕ ਦੇ ਦੇ, ਦਲੀਲ ਦੇ ਦੇ। ਇਸ ਕਰਕੇ ਹੋਰ ਤਾਂ ਕੋਈ ਰਾਹ ਨਹੀਂ ਹੈ, ਰਾਹ ਤਾਂ ਗੱਲਬਾਤ ਹੀ ਹੈ। ਔਰ ਗੱਲਬਾਤ 'ਚੋਂ ਪਹਿਲਾਂ ਸ਼ਾਇਦ ਗੌਰਮੈਂਟ ਦਾ ਅਪਰ ਹੈਂਡ ਵੀ ਸੀ, ਪਰ ਹੁਣ ਮੁੜ ਕੇ ਗੌਰਮੈਂਟ ਰੱਖਿਆਤਮਕ ਐਂਗਲ ਤੋਂ ਹੈ ਤੇ ਅੰਦੋਲਨ ਤੇਜ਼ ਹੈ। ਤੇ ਅਗਲੀ ਗੱਲ ਇਹ ਹੈ ਕਿ ਜਿਹੜਾ ਤੁਸੀਂ ਇੰਟਰਨੈਟ ਬੰਦ ਕਰ ਰੱਖਿਆ ਇੰਨੇ ਲੰਬੇ ਸਮੇਂ ਤੋਂ, ਔਰ ਸੁਪਰੀਮ ਕੋਰਟ ਨੇ ਇਹ ਕਿਹਾ ਸੀ ਕਿ ਬੁਨਿਆਦੀ ਅਧਿਕਾਰਾਂ ਦਾ ਇਹ ਉਲੰਘਣ ਹੈ ਜੰਮੂ ਕਸ਼ਮੀਰ ਦੇ ਮਾਮਲੇ ਦੇ ਵਿੱਚ ਵੀ, ਮੁੜ ਕੇ ਗਿਆ। 140 ਟਾਪ ਵਕੀਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖ ਚੁੱਕੇ ਨੇ ਕਿ ਤੁਸੀਂ ਸੂ ਮੋਟੋ ਲਓ ਇਹਦੇ ਤੇ, ਕਿ ਇਹ ਘੱਟੋ ਘੱਟ ਨਹੀਂ ਹੋਣਾ ਚਾਹੀਦਾ। ਵੈਸੇ ਵੀ ਜੇਕਰ ਦੇ ਤੁਸੀਂ ਕਿਸੇ ਜਾਇਜ਼ ਸੂਚਨਾ ਨੂੰ ਰੋਕਦੇ ਹੋ ਤਾਂ ਅਫਵਾਹਾਂ ਜਨਮ ਲੈਂਦੀਆਂ ਨੇ। ਅਫਵਾਹਾਂ ਹਮੇਸ਼ਾ ਹੀ ਠੀਕ ਸੂਚਨਾ ਨਾਲੋਂ ਜ਼ਿਆਦਾ ਖਤਰਨਾਕ ਹੁੰਦੀਆਂ ਨੇ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੀ ਇੰਟਰਨੈਟ ਬੰਦ ਕਰਨ ਦੀ ਜਿਹੜਾ ਇੱਕ ਤਰੀਕਾ, ਉਹਨੂੰ ਵੀ ਵਿਡਰਾ ਕਰਨਾ ਚਾਹੀਦਾ। ਲੋਕਾਂ ਕੋਲ ਵਾਜਬ ਸੂਚਨਾ ਜਾਣੀ ਚਾਹੀਦੀ ਹੈ। ਜੇ ਜਮਹੂਰੀਅਤ ਦੇ ਵਿੱਚ ਮੈਨੂੰ ਤੁਸੀਂ ਸੰਵਿਧਾਨ ਫਰੀਡਮ ਆਫ ਐਕਸਪ੍ਰੈਸ਼ਨ ਦਿੰਦਾ, ਮੈਨੂੰ ਆਪਣੀ ਗੱਲ ਕਰਨ ਦਾ ਹੱਕ ਦਿੰਦਾ, ਤਾਂ ਮੇਰੀ ਉਹ ਗੱਲ ਲੋਕਾਂ ਤੱਕ ਜਾਵੇ। ਉਹ ਹੱਕ 'ਚ ਉਹ ਵੀ ਆਉਂਦੀ ਹੈ ਕਿ ਨਹੀਂ? ਉਹਦੇ 'ਚੋਂ ਕਮਿਊਨੀਕੇਸ਼ਨ ਵੀ ਤਾਂ ਆਉਂਦਾ, ਅਗਲਾ ਸਵਾਲ ਵੀ ਤਾਂ ਆਉਂਦਾ। ਜੇ ਤੁਸੀਂ ਉਹ ਰੋਕ ਦਿੰਦੇ ਹੋ ਤਾਂ ਮੇਰੀ ਗੱਲ ਮੈਂ ਕਿਹਦੇ ਨਾਲ ਕਰ ਰਿਹਾ ਤੇ ਮੈਂ ਕਿਹਨੂੰ ਸੁਣਾ ਰਿਹਾ? ਫਿਰ ਤੁਸੀਂ ਉਹ ਵੀ ਗੈਰ ਸੰਵਿਧਾਨਕ ਕੰਮ ਕਰ ਰਹੇ ਹੋ। ਇਸ ਗੱਲ ਤੇ ਵੀ ਸਰਕਾਰ ਨੂੰ ਸੋਚ ਕੇ ਉਹ ਇੰਟਰਨੈਟ ਦੀ ਬਹਾਲੀ ਹੋਣੀ ਚਾਹੀਦੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦੇ ਸਾਨੂੰ ਦੱਸਿਆ ਕਿ ਸਰਕਾਰਾਂ ਲੋਕਾਂ ਵੱਲੋਂ ਚੁਣੀਆਂ ਜਾਂਦੀਆਂ ਤੇ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨ ਦੀ ਜਿਹੜੀ ਹੈ ਜ਼ਿੰਮੇਵਾਰੀ ਵੀ ਸਰਕਾਰ ਦੀ ਬਣਦੀ ਹੈ, ਤੇ ਇਸ ਲਈ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।